सतनाम वाहेगुरु साहिब जी। गुजरी महला पंजवा। हर धन जाप हर धन ताप हर धन भोजन पाया। निमुख न बिसरो मन ते हर हर। साध संगत में पाया। हर धन जाप हर धन ताप हर धन भोजन पाया। निमुख न बिसरो मन ते हर हर। साध संगत में पाया। माई खाट आयो घर पूता। हर धन चलते हर धन बैसे हर धन जागत सूता। रहाओ हर धन इशनान हर धन ज्ञान हर संग लाए ध्याना। हर धन तुल्हा हर धन बेड़ी हर हर तार पराना। हर धन मेरी चिंत विसारी हर धन लाहया धोखा। हर धन ते मैं नव निध पाई हाथ चरियो हर थोका। खाओ खर्चो टोट न आवे हालत पलत कै संगे। लादिख जाना गुर नानक को दिया। यो मन हर रंग रंगे। खाओ खर्चो टोट न आवे हालत पलत कै संगे। लादिख जाना गुर नानक को दिया। यह मन हर रंग रंगे। वाहिगुरु जी का खालसा वाहिगुरु जी की फतेह। परम सत्कार ते सन्मान योग सतगुरु गुरु नानक साहिब श्री गुरु गोबिंद सिंह साहब जी दे रंग विच रंगी हुई गुरु खालसा साध संगत जीओ धनता दे पात्र हो। तिलक ते जंजू दे राखे साहिब नौवें पातशाह धन धन श्री गुरु तेग बहादुर साहिब जी दे पवित्र पावन चरण छो प्राप्त इतिहासक स्थान ते जोगो जोगा टल सतगुरु श्री गुरु ग्रंथ साहब जी की पवित्र हजूरी च हाजरियां भर के एकत्र हो के
ਸਤਿਗੁਰਾਂ ਦੀ ਧੁਰਕੀ ਤੇ ਅਕਾਲੀ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ। ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ਼੍ਰੀ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਪੰਜਵਾ। ਹਰ ਧਨ ਜਾਪ ਹਰ ਧਨ ਤਾਪ ਹਰ ਧਨ ਭੋਜਨ ਪਾਇਆ। ਗੂਜਰੀ ਰਾਗ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਇਹ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਉਚਾਰਨ ਕਰ ਰਹੇ ਨੇ। ਪੰਚਮ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਭਾਨੀ ਜੀ ਦੇ ਨਾਲ ਮਹਾਰਾਜ ਜੀ ਦੀ ਇਹ ਵਾਰਤਾਲਾਪ ਹੋ ਰਹੀ ਹੈ। ਬਾਲ ਅਵਸਥਾ ਵਿੱਚ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਆਪਣੀ ਗੋਦ 'ਚ ਲੈ ਕੇ ਬਚਨ ਕਹੇ ਸਨ, ਦੋਇਥਾ ਬਾਣੀ ਕਾ ਬੋਇਥਾ, ਭਾਰਾ ਗੁਰੂ ਹੋਵੇਗਾ, ਤਾਂ ਉਸ ਵੇਲੇ ਮਾਤਾ ਭਾਨੀ ਜੀ ਉਸ ਜਗ੍ਹਾ 'ਤੇ ਹਾਜ਼ਰ ਸਨ। ਜਦੋਂ ਗੁਰਤਾ ਗੱਦੀ ਗੁਰੂ ਅਰਜਨ ਦੇਵ ਸਾਹਿਬ ਨੂੰ ਪ੍ਰਾਪਤ ਹੋਈ ਤੇ ਮਾਤਾ ਜੀ ਕੋਲ ਆਏ ਤਾਂ ਮਾਤਾ ਜੀ ਨੇ ਪੁੱਛਿਆ, ਪੁੱਤਰ ਜੀ ਅੱਜ ਕੀ ਖੱਟ ਕੇ ਲਿਆਏ ਹੋ? ਅੱਜ ਕੀ ਕਮਾਈ ਕਰਕੇ ਲਿਆਏ ਹੋ? ਦੁਨੀਆ ਵਿੱਚ ਇੱਕ ਸੁਚੱਜੀ ਮਾਂ, ਸ੍ਰੇਸ਼ਟ ਤੇ ਸਰਵੋਤਮ ਮਾਂ ਆਪਣੇ ਬੱਚੇ ਕੋਲੋਂ, ਆਪਣੇ ਪੁੱਤਰ ਕੋਲੋਂ ਜੇ ਕਿਸੇ ਕਮਾਈ ਦੀ ਆਸ ਰੱਖਦੀ ਹੈ ਤਾਂ ਉਹ ਇਹ ਕਮਾਈ ਹੈ ਜੋ ਗੁਰੂ ਅਰਜਨ ਦੇਵ ਸਾਹਿਬ ਦੱਸ ਰਹੇ ਨੇ। ਰਹਾਉ ਦੀਆਂ ਪੰਕਤੀਆਂ 'ਚ ਮੇਰੇ ਸਾਹਿਬ ਨੇ ਬਚਨ ਕਹੇ ਨੇ, ਮਾਈ ਖਾਟ ਆਇਓ ਘਰ ਪੂਤਾ। ਮੈਂ ਖੱਟੀ ਕਰਕੇ ਆਇਆ, ਕਮਾਈ ਕਰਕੇ ਆਇਆ। ਅਕਸਰ ਬਹੁਤ ਮਾਵਾਂ ਐਸੀਆਂ ਮਿਲਣਗੀਆਂ ਸੰਸਾਰ ਵਿੱਚ, ਆਪਣੇ ਪੁੱਤਰਾਂ ਦੀ, ਆਪਣੇ ਬੱਚਿਆਂ ਦੀ ਪਰਵਰਿਸ਼ ਕਰਦਿਆਂ ਉਹਨਾਂ ਅੰਦਰ ਆਸ ਹੋਵੇਗੀ ਕਿ ਵੱਡਾ ਹੋਵੇਗਾ, ਧਨ ਕਮਾ ਕੇ ਲਿਆਵੇਗਾ, ਮੈਂ ਸੁੱਖ ਦੇ ਨਾਲ ਆਪਣੇ ਪੁੱਤਰ ਦੇ ਸਿਰ 'ਤੇ ਬੁਢੇਪਾ ਕੱਟਾਂਗੀ। ਇਹੀ ਆਸ ਹੁੰਦੀ। ਗੁਰਬਾਣੀ ਦਾ ਵੀ ਬਚਨ ਹੈ, ਬੜਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਇਸੇ ਕਰਕੇ ਹੀ ਹੈ। ਪਰ ਇੱਕ ਸੁਚੱਜੀ ਤੇ ਸ੍ਰੇਸ਼ਟ ਮਾਂ ਦੀ ਆਸ ਹੁੰਦੀ ਹੈ, ਮੇਰਾ ਪੁੱਤ ਪਰਮੇਸ਼ਰ ਦੀ ਇਬਾਦਤ ਕਰਕੇ, ਭਗਤੀ ਕਰਕੇ ਆਪਣਾ ਜੀਵਨ ਸਫਲ ਬਣਾਵੇ, ਇਹਦਾ ਇੰਨਾ ਭਜਨ ਹੋਵੇ, ਇੰਨੀ ਬੰਦਗੀ ਹੋਵੇ ਕਿ ਮੇਰਾ ਜੀਵਨ ਵੀ ਧਨ ਹੋ ਜਾਏ ਕਿ ਮੈਂ ਇਸ ਨੂੰ ਜਨਮ ਦਿੱਤਾ, ਮੇਰੀ ਜ਼ਿੰਦਗੀ ਵੀ ਸਕਾਰਥੀ ਹੋ ਜਾਏ। ਐਸੀਆਂ ਮਾਵਾਂ ਸੰਸਾਰ ਵਿੱਚ, ਸਮਾਜ 'ਚ ਥੋੜ੍ਹੀਆਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਆਪਣੀ ਗੋਦੀ 'ਚ ਬਿਠਾ ਕੇ ਛੋਟੀ ਉਮਰ ਦੇ ਵਿੱਚ ਹੀ ਜਪਜੀ ਸਾਹਿਬ ਦਾ ਪਾਠ ਕਰਕੇ ਉਹਦੇ ਕੰਨਾਂ 'ਚ ਸੁਣਾਉਣ। ਬੜਾ ਵੱਡਾ ਦੁਖਾਂਤ ਹੈ ਅੱਜ ਸਾਡੇ ਪਰਿਵਾਰਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ। ਆਪਣੇ ਬਾਲਕ ਨੂੰ, ਬੱਚੇ ਨੂੰ ਦੁੱਧ ਚੁਗਾਉਂਦਿਆਂ ਮਾਂ ਹੱਥ ਵਿੱਚ ਫੜੇ ਹੋਏ ਮੋਬਾਈਲ ਦੇ ਵਿੱਚ ਲਾਏ ਹੋਏ ਗਾਣੇ ਸੁਣਾਉਂਦੀ ਹੈ। ਮੋਬਾਈਲ ਫੜਿਆ, ਕੁਝ ਨਾ ਕੁਝ ਵੇਖ ਰਹੇ ਨੇ,
ਉਹਦੇ ਵਿੱਚ ਗਾਣੇ ਆਉਂਦੇ ਆ, ਪਤਾ ਨਹੀਂ ਕਿੱਦਾਂ ਕਿੱਦਾਂ ਦਾ ਕੀ ਕੁਝ ਆਉਂਦਾ ਹੈ। ਉਹ ਬੱਚਾ ਮਾਂ ਦਾ ਦੁੱਧ ਚੁੰਘ ਰਿਹਾ ਹੈ। ਟ੍ਰੇਨਿੰਗ ਤਾਂ ਬੱਚੇ ਦੀ ਉਦੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਉਦਰ ਦੇ ਵਿੱਚ ਇਹਦੇ 'ਚ ਚੇਤਨਤਾ ਆਉਂਦੀ ਹੈ। ਸਿੱਖਣਾ ਉਸੇ ਦਿਨ ਤੋਂ ਸ਼ੁਰੂ ਕਰ ਦਿੰਦਾ। ਬੜੀਆਂ ਸਿਆਣੀਆਂ ਤੇ ਸੁਚੱਜੀਆਂ ਮਾਵਾਂ ਐਸੀਆਂ ਬਿਰਲੀਆਂ ਮਿਲਣਗੀਆਂ ਕਿ ਆਪਣੇ ਬੱਚੇ ਨੂੰ ਦੁੱਧ ਪਿਲਾਉਂਦਿਆਂ, ਆਪਣੀ ਗੋਦ 'ਚ ਬਿਠਾਉਂਦਿਆਂ ਚੌਪਈ ਸਾਹਿਬ ਦਾ ਪਾਠ ਸੁਣਾਉਂਦੀਆਂ ਹੋਣ, ਜਪਜੀ ਸਾਹਿਬ ਦੀ ਬਾਣੀ ਰਸਨਾ ਤੋਂ ਪੜ੍ਹਦੀਆਂ ਹੋਣ ਤੇ ਉਸ ਬੱਚੇ ਦੇ ਕੰਨਾਂ 'ਚ ਪੈਂਦੀ ਹੋਵੇ। ਉਹ ਬਾਲਕ, ਉਹ ਬੱਚੇ ਫਿਰ ਸੁਭਾਵਕ ਹੈ ਵੱਡਿਆਂ ਹੋ ਕੇ ਗੁਰਬਾਣੀ ਨਾਲ ਜੁੜੇ ਰਹਿੰਦੇ ਹਨ। ਅਤੇ ਜੇ ਉਹਨਾਂ ਬੱਚਿਆਂ ਦੇ ਕੰਨਾਂ ਦੇ ਵਿੱਚ ਗੁਰਬਾਣੀ ਦੀ ਗੂੰਜ ਨਹੀਂ ਪੈਣੀ, ਹੋਰ ਪਤਾ ਨਹੀਂ ਕਿਹੋ ਜਿਹੇ ਭੱਦੇ ਜੇ ਗਾਣੇ ਜਿਹੜੇ ਨੇ ਉਸ ਬੱਚਿਆਂ ਦੇ ਕੰਨਾਂ ਵਿੱਚ ਪੈਣੇ ਨੇ, ਅਤੇ ਫਿਰ ਉਹਨਾਂ ਨੇ ਉੱਦਾਂ ਹੀ ਵੱਡਿਆਂ ਹੋ ਕੇ ਕੰਨਾਂ 'ਚ ਮੁਰਕੀਆਂ ਪਾ ਕੇ ਫਿਰਨਾ। ਉੱਦਾਂ ਦੀ ਪ੍ਰਵਿਰਤੀ ਹੋਣੀ ਹੈ। ਜਿੱਦਾਂ ਦੇ ਸੁਣਨਗੇ, ਇੱਕ ਕਬਜ਼ਾ ਲੈਣ ਜਾਣਾ, ਚੁੱਕ ਲਓ ਹਥਿਆਰ, ਚੁੱਕ ਲਓ ਸ਼ਸਤਰ, ਵੱਢ ਦਿਓ, ਡੱਕਰੇ ਕਰ ਦਿਓ, ਇਹ ਕਰ ਦਿਓ, ਉਹ ਕਰ ਦਿਓ, ਫਿਰ ਉੱਦਾਂ ਦੇ ਹੀ ਬਣਨਗੇ ਜਿੱਦਾਂ ਦਾ ਸੁਣਨਗੇ। ਸਿਆਣੀਆਂ ਮਾਵਾਂ ਅੱਜ ਵੀ ਨੇ, ਉਹ ਆਪਣੇ ਬਾਲਕ ਦੇ ਕੰਨਾਂ ਵਿੱਚ ਗੁਰਬਾਣੀ ਪੜ੍ਹ ਕੇ ਸੁਣਾਉਂਦੀਆਂ। ਨਾ ਪੜ੍ਹ ਸਕਣ ਤਾਂ ਲਾਗੇ ਘੱਟੋ ਘੱਟ ਉਸ ਮੋਬਾਈਲ ਵਿੱਚ ਗੁਰਬਾਣੀ ਲਾ ਲੈਂਦੀਆਂ ਕਿ ਉਹਨਾਂ ਦੇ ਆਪਣੇ ਕੰਨਾਂ ਵਿੱਚ ਵੀ ਉਹ ਗੁਰਬਾਣੀ ਪੈਂਦੀ ਰਹੇ ਅਤੇ ਉਸ ਬੱਚੇ ਦੇ ਕੰਨਾਂ ਵਿੱਚ ਵੀ ਪੈਂਦੀ ਰਹੇ। ਉਹ ਮਾਵਾਂ ਗੁਰੂ ਘਰ ਵਿੱਚ ਪ੍ਰਵਾਨ ਨੇ, ਜਿਹੜੀਆਂ ਆਪਣੇ ਬੱਚਿਆਂ ਨੂੰ ਇਹ ਹਦਾਇਤ ਕਰਨ ਕਿ ਬੇਟਾ ਤੈਨੂੰ ਸਵੇਰੇ ਪੀਣ ਨੂੰ ਦੁੱਧ ਜਾਂ ਚਾਹ ਤਾਂ ਮਿਲਣੀ ਹੈ ਜੇ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰੇਗਾ, ਉਸ ਤੋਂ ਪਹਿਲਾਂ ਨਹੀਂ। ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰ, ਜੇ ਜਪਜੀ ਨਹੀਂ ਪੜ੍ਹਨੀ ਆਉਂਦੀ ਪਹਿਲਾਂ ਮੂਲ ਮੰਤਰ ਦਾ ਪਾਠ ਕਰ, ਪਹਿਲੀ ਪੌੜੀ ਦਾ। ਪੁਰਾਣੇ ਸਮਿਆਂ 'ਚ ਮਾਵਾਂ ਇੱਦਾਂ ਹੀ ਕਰਿਆ, ਪਹਿਲੀ ਪੌੜੀ ਦਾ ਪਾਠ ਕਰੇਗਾ ਪੁੱਤਰ ਤਾਂ ਚਾਹ ਮਿਲਣੀ। ਇੱਕ ਮਾਲਾ ਫੇਰ, ਦੋ ਮਾਲਾ ਫੇਰ ਬਹਿ ਕੇ ਪਹਿਲਾਂ ਵੱਡਿਆਂ ਹੋਣਾ, ਫਿਰ ਪੁੱਤਰ ਜਪਜੀ ਸਾਹਿਬ ਦਾ ਪਾਠ ਕਰ, ਪੰਜ ਬਾਣੀਆਂ ਦਾ ਪਾਠ ਕਰ। ਉਹ ਮਾਵਾਂ ਜਦੋਂ ਆਪਣੇ ਬਾਲਕਾਂ ਨੂੰ, ਬੱਚਿਆਂ ਨੂੰ ਪ੍ਰੇਰ ਕੇ ਬਾਲ ਅਵਸਥਾ ਵਿੱਚ ਛੋਟੇ ਹੁੰਦੇ ਹੀ ਪ੍ਰੇਰ ਲੈਂਦੀਆਂ ਨੇ, ਉਹ ਬੱਚੇ ਧਰਮੀ ਕਰਮੀ ਹੁੰਦੇ ਆ, ਗੁਰਸਿੱਖ ਹੋ ਨਿਬੜਦੇ ਆ। ਧਰੂ ਦੀ ਮਾਂ ਤਾਂ ਐਸੀ ਸੀ, ਉਹਨੇ ਆਖਿਆ ਬੇਟਾ ਇੱਥੇ ਝਗੜਿਆਂ ਵਿੱਚ ਜੇ ਤੂੰ ਉਲਝ ਕੇ ਰਹਿ ਗਿਆ, ਮਤਰੇਈ ਮਾਂ ਦੇ ਨਾਲ ਵਾਦ ਵਿਵਾਦ ਵਿੱਚ ਉਲਝ ਕੇ ਰਹਿ ਗਿਆ, ਤੂੰ ਤਰੱਕੀ ਨਹੀਂ ਕਰ ਸਕੇਗਾ। ਤੈਨੂੰ ਰਾਜ ਚਾਹੀਦਾ, ਰੱਬ ਦੀ ਭਗਤੀ ਕੀਤਿਆਂ ਪੁੱਤਰਾ ਕੀ ਨਹੀਂ ਮਿਲਦਾ? ਪਰਮੇਸ਼ਰ ਦੀ ਇਬਾਦਤ ਕੀਤਿਆਂ ਕੀ ਨਹੀਂ ਮਿਲਦਾ? ਇਹ ਦੁਸ਼ਮਣ ਸਾਰੇ ਮਿੱਤਰ ਹੋ ਜਾਣਗੇ ਤੇਰੇ, ਰਾਜ ਵੀ ਮਿਲ ਜਾਏਗਾ ਔਰ ਉਹ ਵੀ ਅਬਚਲ ਰਾਜ ਪ੍ਰਾਪਤ ਹੋਵੇਗਾ। ਭਗਤ ਫਰੀਦ ਜੀ ਦੀ ਮਾਤਾ, ਪੁੱਤਰ ਨਮਾਜ਼ ਪੜ੍ਹਿਆ ਰੱਬ ਸ਼ੱਕਰ ਦਿੰਦਾ, ਪੜ੍ਹੇਗਾ ਤੇ ਸ਼ੱਕਰ ਮਿਲੇਗੀ। ਕਿੰਨੇ ਪ੍ਰਕਾਰ ਦੇ ਤਰੀਕੇ ਹਨ ਬਾਲਕਾਂ ਨੂੰ, ਬੱਚਿਆਂ ਨੂੰ ਪ੍ਰੇਰ ਕੇ ਇਸ ਪਾਸੇ ਲਾਉਣ ਦੇ, ਪਰ ਉਹ ਲਾਲਚ ਇੰਨੇ ਵੱਡੇ ਨਹੀਂ ਹੋਣੇ ਚਾਹੀਦੇ। ਹਾਂ, ਬੱਚੇ ਦਾ ਖਾਣ ਪੀਣ ਨਾਲ ਹੀ ਸੁਭਾਅ ਪ੍ਰੇਮ ਹੁੰਦਾ, ਉੱਥੇ ਤੱਕ ਹੀ ਸੀਮਤ ਰੱਖਣਾ। ਇਹ ਨਹੀਂ ਕਿ ਹਾਂ ਬੱਚੇ ਤੂੰ ਆ ਇੰਨਾ ਕਰ, ਮੈਂ ਤੈਨੂੰ ਫਲਾਣੀ ਸ਼ੈ ਲੈ ਕੇ ਦਿਆਂਗਾ ਹਜ਼ਾਰਾਂ ਰੁਪਇਆਂ ਦੀ, ਉਹਦੇ ਨਾਲ ਤਾਂ ਸਗੋਂ ਹੋਰ ਵਿਗੜਨਗੇ। ਪੰਜਵਾਂ ਖਾਣ ਪੀਣ ਕੀ ਤਾਤ, ਬੱਚੇ ਦੀ ਅਵਸਥਾ। ਸੁਚੱਜੀ ਮਾਂ ਸੀ ਭਾਈ ਤਾਰੂ ਸਿੰਘ ਦੀ, ਸਿਰ ਤੇ ਹੱਥ ਫੇਰ ਕੇ ਕੇਸਾਂ 'ਚ ਕੰਘਾ ਫੇਰਦਿਆਂ ਕਹਿੰਦੀ ਹੈ, ਪੁੱਤਰ ਤਾਰੂ ਸਿੰਘ ਇਹ ਕੇਸ ਬੜੇ ਕੀਮਤੀ ਨੇ ਬੇਟਾ, ਇਹਨਾਂ ਕੇਸਾਂ ਦੀ ਸਰਦਾਰੀ ਵਾਸਤੇ ਮੇਰੇ ਬਾਜਾਂ ਵਾਲੇ ਪ੍ਰੀਤਮ ਨੇ ਆਪਣੇ 4 ਪੁੱਤਰ ਵਾਰੇ ਨੇ। ਬੇਟਾ ਇਹ ਕੇਸ ਇੱਦਾਂ ਨਹੀਂ ਮਿਲੇ ਆਪਾਂ ਨੂੰ, ਬੜੇ ਮਹਿੰਗੇ ਮੁੱਲ ਮਿਲੇ ਨੇ, ਵੇਖੀ ਕਿਤੇ ਇਹਨਾਂ ਕੇਸਾਂ ਨੂੰ ਪਤਤ ਨਾ ਹੋਣ ਦੇਈ, ਇਹਨਾਂ ਨੂੰ ਆਪਣੇ ਧੜ ਤੋਂ ਵੱਖਰਾ ਨਾ ਹੋਣ ਦੇਈ।
ਮਰਨਾ ਪ੍ਰਵਾਨ ਕਰ ਲਈਏ। ਗੁੜਤੀ ਭਾਈ ਤਾਰੂ ਸਿੰਘ ਨੂੰ ਬਚਪਨ 'ਚੋਂ ਹੀ ਆਪਣੀ ਮਾਂ ਤੋਂ ਪ੍ਰਾਪਤ ਹੋ ਚੁੱਕੀ ਸੀ, ਬਾਲ ਅਵਸਥਾ 'ਚ। ਤੋ ਐਸੇ ਬੱਚਿਆਂ ਨੇ ਵੇਖੋ ਫਿਰ ਕਿੱਡੇ ਕਿੱਡੇ ਵੱਡੇ ਰੁਤਬੇ ਪ੍ਰਾਪਤ ਕੀਤੇ ਭਰ ਜਵਾਨੀ ਦੀ ਅਵਸਥਾ 'ਚ। ਅੱਜ ਉਹਨਾਂ ਨੂੰ ਅਰਦਾਸ ਵਿੱਚ ਅਸੀਂ ਚੇਤੇ ਕਰਦੇ ਹਾਂ ਜਿਨ੍ਹਾਂ ਖੋਪਰ ਲਵਾਏ। ਤਾਂ ਸਾਡਾ ਸਜਦਾ ਭਾਈ ਤਾਰੂ ਸਿੰਘ ਦੇ ਚਰਨਾਂ ਵਿੱਚ ਹੁੰਦਾ। ਤੋ ਮਹਾਰਾਜ ਜੀ ਕਹਿਣ ਲੱਗੇ, ਮਾਤਾ ਮੈਂ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਿਹੜਾ ਧਨ ਹੈ ਇਹ ਜਪ ਕੇ ਲਿਆਂਦਾ ਹੈ। ਹਰ ਧਨ ਜਾਪ, ਹਰੀ ਦੇ ਨਾਮ ਧਨ ਦਾ ਹੀ ਮੇਰੇ ਕੋਲ ਜਪ ਹੈ। ਹਰੀ ਦੇ ਨਾਮ ਧਨ ਦਾ ਹੀ ਮੇਰੇ ਕੋਲ ਤਾਪ ਤਪੱਸਿਆ ਹੈ। ਮੈਂ ਜਿਹੜਾ ਤਪ ਕੀਤਾ ਉਹ ਨਾਮ ਧਨ ਦਾ ਹੀ ਹੈ ਤਪ। ਨਾਮ ਜਪਣਾ, ਨਾਮ ਆਰਾਧਨਾ, ਧਿਆਉਣਾ, ਮੇਰੀ ਇਹੀ ਤਪੱਸਿਆ। ਹਰ ਧਨ ਭੋਜਨ ਪਾਇਆ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਧਨ ਦਾ ਜਿਹੜਾ ਭੋਜਨ ਹੈ ਉਹੀ ਮੈਨੂੰ ਭਾਉਂਦਾ, ਉਹੀ ਮੈਨੂੰ ਚੰਗਾ ਲੱਗਦਾ ਹੈ। ਨਿਮਖ ਨਾ ਬਿਸਰਉ ਮਨ ਤੇ ਹਰ ਹਰ, ਸਾਧ ਸੰਗਤ ਮੈਂ ਪਾਇਆ। ਮੇਰੇ ਹਿਰਦੇ ਵਿੱਚੋਂ ਇਹ ਨਾਮ ਧਨ ਇੱਕ ਨਿਮਖ ਮਾਤਰ ਵੀ ਨਾ ਵਿਸਰੇ, ਨਿਮਖ ਮਾਤਰ ਦਾ ਸਮਾਂ ਵੀ ਮੈਨੂੰ ਨਾ ਭੁੱਲੇ। ਔਰ ਇਹ ਨਾਮ ਧਨ ਦਾ ਖਜ਼ਾਨਾ ਮੈਨੂੰ ਮਿਲਿਆ ਕਿੱਥੋਂ ਹੈ? ਸਾਧ ਸੰਗਤ ਵਿੱਚੋਂ ਪ੍ਰਾਪਤ ਹੋਇਆ। ਮਾਤਾ ਜੀ ਇਹ ਨਾਮ ਧਨ ਦਾ ਖਜ਼ਾਨਾ ਮੈਨੂੰ ਸੰਗਤ ਵਿੱਚੋਂ ਪ੍ਰਾਪਤ ਹੋਇਆ। ਤੇ ਮੇਰੀ ਅਰਜ਼ੋਈ ਵੀ ਇਹੀ ਰਹਿੰਦੀ ਹੈ ਤੇ ਅਵਸਥਾ ਵੀ ਇਹ ਹੈ ਕਿ ਹਰੀ ਪਰਮੇਸ਼ਰ ਦਾ ਨਾਮ ਧਨ ਮੇਰੇ ਹਿਰਦੇ 'ਚੋਂ ਇੱਕ ਨਿਮਖ ਮਾਤਰ ਦਾ ਸਮਾਂ ਵੀ ਨਹੀਂ ਵਿਸਰਦਾ। ਹਾਂਜੀ। ਮਾਈ ਖਾਟ ਆਇਓ ਘਰ ਪੂਤਾ। ਕਿੰਨੇ ਵਿਰਲੇ ਪੁੱਤਰਾਂ ਨੂੰ ਇਹ ਮਾਣ ਪ੍ਰਾਪਤ ਹੁੰਦਾ ਹੋਵੇਗਾ। ਕਿੰਨੇ ਵਿਰਲੇ ਬੱਚੇ ਹੋਣਗੇ ਜਿਹੜੇ ਆਪਣੀ ਮਾਤਾ ਕੋਲ ਆ ਕੇ ਇੱਦਾਂ ਕਹਿੰਦੇ, ਹੁਣ ਮਾਂ ਮੈਂ ਨਾਮ ਧਨ ਦਾ ਖਜ਼ਾਨਾ ਖੱਟ ਕੇ ਘਰ ਪਰਤਿਆ। ਬੜੀ ਵੱਡੀ ਕਮਾਈ ਹੈ ਇਹ ਜੋ ਮੈਂ ਖੱਟ ਕੇ ਘਰ ਨੂੰ ਵਾਪਸ ਪਰਤਿਆ। ਇਹ ਬੜਾ ਵੱਡਾ ਖਜ਼ਾਨਾ, ਇਹ ਗੁਰਸਿੱਖੀ ਦੀ ਦਾਤ ਜੋ ਵਾਹਿਗੁਰੂ ਨੇ ਪਰਮੇਸ਼ਰ ਨੇ ਦਿੱਤੀ ਹੈ, ਬੜੀ ਅਮੋਲਕ ਹੈ ਮਾਤਾ, ਜੋ ਮੈਨੂੰ ਪ੍ਰਾਪਤ ਹੋਈ ਹੈ। ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ, ਬਾਬਾ ਸ਼ਾਮ ਸਿੰਘ ਜੀ ਨਾਰੋਕੇ ਵਾਲੇ ਬੁੱਢੇ ਦਲ ਦੇ ਜਥੇਦਾਰ, ਉਹਨਾਂ ਦੀ ਸੰਗਤ 'ਚ ਰਹੇ ਤੇ ਉਹਨਾਂ ਨੇ ਖੰਡੇ ਦੀ ਪੌਲ ਛਕਾ ਕੇ ਭੇਜਿਆ। ਘਰ ਆਇਆ ਨਾ ਤੇ ਮਾਤਾ ਪਿਤਾ ਮਨਮੁਖ ਸਨ। ਉਹਨਾਂ ਆਖਿਆ ਤੂੰ ਕੇਸ ਰੱਖ ਲਏ ਨੇ ਤੇ ਖਾਲਸੇ ਦੇ ਵੈਰੀ ਤਾਂ ਦੁਸ਼ਮਣ ਤੁਰੇ ਫਿਰਦੇ ਨੇ ਥਾਂ ਥਾਂ ਤੇ, ਆਹ ਕੀ ਕੀਤਾ ਤੂੰ? ਮਾਰ ਦੇਣਗੇ ਤੈਨੂੰ, ਨਾਲੇ ਸਾਨੂੰ ਵੀ ਨਾ ਰਹਿਣ ਦੇਣਗੇ। ਰਾਤ ਨੂੰ ਕੁਝ ਨਸ਼ੇ ਵਾਲੀ ਚੀਜ਼ ਖਵਾ ਕੇ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਨੂੰ ਉਹਨਾਂ ਦੇ ਕੇਸ ਕਤਲ ਕਰ ਦਿੱਤੇ। ਸਵੇਰੇ ਉੱਠ ਕੇ ਜਦੋਂ ਸਿਰ ਤੇ ਹੱਥ ਫੇਰਿਆ ਤੇ ਮਨ 'ਚ ਆਇਆ ਵੀ ਜਾਂ ਇਹਨਾਂ ਨੂੰ ਮਾਰ ਦਿਆਂ ਜਾਂ ਆਪ ਮਰ ਜਾ। ਫਿਰ ਸੋਚਿਆ ਮਾਂ ਬਾਪ ਨੇ, ਆਪ ਮਰਨ ਵਾਸਤੇ ਚੱਲੇ ਤੇ ਭਾਈ ਸਾਹਿਬ ਰਸਤੇ 'ਚ ਬਾਬਾ ਸ਼ਾਮ ਸਿੰਘ ਜੀ ਨੂੰ ਮਿਲੇ। ਉਹਨਾਂ ਆਖਿਆ ਤੇਰਾ ਇਹਨਾਂ ਨਾਲ ਨਾਤਾ ਇੰਨਾ ਹੀ ਸੀ, ਚੱਲ ਅੱਜ ਤੋਂ ਬਾਅਦ ਤੂੰ ਮੇਰਾ ਪੁੱਤ ਹੈ। ਐਸੇ ਵੀ ਨੇ ਜੇ ਕੋਈ ਗੁਰਸਿੱਖੀ ਧਾਰਨ ਕਰਕੇ ਆਉਂਦਾ ਤੇ ਕਈ ਮਾਵਾਂ ਇਸ ਗੱਲੋਂ ਹੀ ਦੁਖੀ ਨੇ ਜੀ ਵੀ ਸਾਰਾ ਦਿਨ ਸਾਡਾ ਬੱਚਾ ਪਾਠ ਹੀ ਕਰਦਾ ਰਹਿੰਦਾ ਜੀ, ਇਹ ਗੁਰਦੁਆਰੇ ਹੀ ਰਹਿੰਦਾ। ਮੈਂ ਇਹੋ ਜਿਹੀਆਂ ਮਾਵਾਂ ਨੂੰ ਵੀ ਮਿਲਿਆ ਹਾਂ, ਐਸੀਆਂ ਮਾਵਾਂ ਵੀ ਹਨ ਜਿਨ੍ਹਾਂ ਦੇ ਮਨ 'ਚ ਇਸ ਗੱਲ ਦਾ ਅਫਸੋਸ ਹੁੰਦਾ, ਬੜੀ ਹੈਰਾਨੀ ਹੁੰਦੀ ਹੈ। ਕਹਿੰਦੇ ਜੀ ਪਾਠ ਹੀ ਕਰਦਾ ਰਹਿੰਦਾ ਸਾਰਾ ਦਿਨ, ਹੋਰ ਕੰਮਕਾਰ ਨਹੀਂ ਕੋਈ। ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਜੇ ਅੱਜ ਉਹਦਾ ਬਾਣੀ 'ਚ ਮਨ ਲੱਗਾ ਕੋਈ ਗੱਲ ਨਹੀਂ, ਕਿਰਤ ਵਿਰਤ ਵਿੱਚ ਵੀ ਲੱਗ ਜਾਏਗਾ ਸਹਿਜੇ ਸਹਿਜੇ, ਪਰ ਉੱਥੋਂ ਤੋੜ ਕੇ ਨਹੀਂ ਜੀ ਆਹ ਕਰੇ ਪਹਿਲਾਂ। ਉਹ ਮਾਂ ਨੂੰ ਤਾਂ ਭਾਗਸ਼ਾਲੀ ਹੋਣਾ ਚਾਹੀਦਾ, ਉਹਨੂੰ ਤਾਂ ਫੁੱਲਿਆ ਨਹੀਂ ਸਮਾਉਣਾ ਚਾਹੀਦਾ ਮੇਰਾ ਬੱਚਾ ਬਾਣੀ ਪੜ੍ਹਦਾ, ਗੁਰਦੁਆਰੇ 'ਚ ਸੇਵਾ ਕਰਦਾ, ਸਿਮਰਨ ਕਰਦਾ।
ਇਸ ਗੱਲ ਦਾ ਹੀ ਪਛਤਾਵਾ ਕਈ ਮਾਂ-ਬਾਪ ਨੂੰ ਬਣਿਆ ਹੋਇਆ। ਹੈਰਾਨੀ ਹੈ, ਜਦੋਂ ਨਸ਼ੇੜੀ ਬਣ ਜਾਏ, ਭੈੜੀ ਸੰਗਤ ਵਿੱਚ ਜਾ ਕੇ ਤਾੜੀਆਂ ਖੜਕਾਉਣ ਲੱਗ ਪਏ, ਫਿਰ ਠੀਕ ਹੈ, ਫਿਰ ਸੰਤੁਸ਼ਟੀ ਹੋ ਜਾਏਗੀ। ਜੇ ਹੁਣ ਉਹ ਆਪਣਾ ਜਨਮ ਸਵਾਰ ਰਿਹਾ ਤੇ ਫਿਰ ਸੰਤੁਸ਼ਟੀ ਨਹੀਂ ਹੈ, ਫਿਰ ਸਬਰ ਨਹੀਂ ਹੈ। ਉਹਦਾ ਜੀਵਨ ਹੈ, ਉਹ ਆਪਣਾ ਜੀਵਨ ਸਵਾਰਨ ਵਿੱਚ ਲੱਗਾ। ਭਾਈ ਕਿਉਂ ਅਫਸੋਸ ਕਰਦਾ? ਤੇਰਾ ਦਾਤਾ ਤਾਂ ਉਹਦੇ ਨਾਲ ਇੰਨਾ ਹੀ ਹੈ ਨਾ ਵੀ ਤੂੰ ਉਸਨੂੰ ਜਨਮ ਦਿੱਤਾ ਹੈ। ਵਿਰਲੀਆਂ ਮਾਵਾਂ ਨੇ ਜਿਹਨਾਂ ਨੂੰ ਇਹ ਸੁਣਨਾ ਨਸੀਬ ਹੁੰਦਾ ਹੈ ਤੇ ਜਾ ਕੇ ਆਖੇ, ਮਾਂ ਮੈਂ ਨਾਮ ਧਨ ਦਾ ਖਜ਼ਾਨਾ ਖੱਟ ਕੇ ਘਰ ਆਇਆ। ਮਾਈ ਖਾਟ ਆਇਓ ਘਰ ਪੂਤਾ, ਕਮਾਈ ਕਰਕੇ ਖੱਟ ਕੇ ਵਾਪਸ ਘਰ ਪਰਤਿਆ ਹਾਂ। ਹਰ ਧਨ ਚਲਤੇ ਹਰ ਧਨ ਬੈਸੇ, ਹਰ ਧਨ ਜਾਗਤ ਸੂਤਾ। ਦੁਨਿਆਵੀ ਲੋਕਾਂ ਨੂੰ ਥੋੜੀ ਇਸ ਗੱਲ ਦੀ ਸਮਝ ਪੈਣੀ ਹੈ। 20 ਰੁਪਏ ਦਿੱਤੇ, ਜਾਓ ਜਾ ਕੇ ਖਰਾ ਸੌਦਾ ਕਰ ਆਓ, ਲੰਗਰ ਲਾ ਆਉਂਦੇ ਹੈ, ਵਾਪਸ ਆਉਂਦੇ ਹੈ ਤੇ ਪਿਓ ਚਪੇੜਾ ਮਾਰਦਾ। ਵਾਹਿਗੁਰੂ। ਗਵਾਇਆ ਘਰ 'ਚ ਜੋ ਹੈ, ਤੂੰ ਹੋਰ ਤਾਂ ਕੀ ਕਮਾਉਣਾ ਸੀ। ਪਰ ਰਾਏ ਬੁਲਾਰ ਦੀ ਦ੍ਰਿਸ਼ਟੀ ਤੇ ਬੇਬੇ ਨਾਨਕੀ ਦੀ ਦ੍ਰਿਸ਼ਟੀ ਵੇਖਦੀ ਸੀ ਵੀ ਜੋ ਕਮਾਈ ਕਰਕੇ ਗੁਰੂ ਨਾਨਕ ਸਾਹਿਬ ਇਸ ਵੇਲੇ ਘਰ ਲਿਆਏ ਨੇ 20 ਰੁਪਇਆਂ ਨਾਲ, ਇਹ ਤਾਂ ਅਰਬਾਂ ਖਰਬਾਂ ਰੁਪਈਆਂ ਦੇ ਨਾਲ ਵੀ ਪ੍ਰਾਪਤ ਨਾ ਹੋਵੇ। ਵਾਹਿਗੁਰੂ। ਇਹ ਤਾਂ ਉਹ ਹੀ ਜਾਣਦੇ ਸੀ। ਦੁਨਿਆਵੀ ਬਿਰਤੀ ਪਿਤਾ ਜੀ ਵੀ ਉਸ ਦ੍ਰਿਸ਼ਟੀ ਨਾਲ ਦੇਖ ਰਹੇ ਨੇ, ਪਰ ਵਾਸਤਵਿਕ ਰੂਪ ਵਿੱਚ ਕਿੱਡਾ ਵੱਡਾ ਖਜ਼ਾਨਾ ਲਿਆਏ ਨੇ ਘਰ ਵਿੱਚ। ਤਦੇ ਹੀ ਆਖਿਆ, ਪਿਤਾ ਜੀ ਸੱਚਾ ਸੌਦਾ ਕਰਕੇ ਆਇਆ, ਖਰਾ ਸੌਦਾ, ਸੱਚਾ ਸੌਦਾ ਕਰਕੇ ਆਇਆ। ਪਰ ਪਿਤਾ ਜੀ ਨੂੰ ਤਾਂ ਦੁਨਿਆਵੀ ਸੌਦਾ ਉਹੀ ਵੇਖਣਾ ਸੀ, ਕਿੱਥੇ ਆ ਮੁਨਾਫਾ, ਉਹ ਦਿਸਦਾ ਨਹੀਂ ਹੈ। ਪਰ ਉਸ ਮੁਨਾਫੇ ਨੂੰ ਅੱਜ ਕਰੋੜਾਂ ਲੋਕ ਖਾ ਰਹੇ ਨੇ, ਪੁੰਚ ਰਹੇ ਨੇ। ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਨੇ। ਪਾਤਸ਼ਾਹ ਇੱਥੇ ਕਹਿ ਰਹੇ ਨੇ ਕਿ ਇਹ ਕਮਾਈ ਖੱਟ ਕੇ ਅਸੀਂ ਘਰ ਆਏ ਹਾਂ। ਹਾਂਜੀ, ਦੁਬਾਰਾ ਪੜੋ ਜੀ। ਹਰ ਧਨ ਚਲਤੇ ਹਰ ਧਨ ਬੈਸੇ, ਹਰ ਧਨ ਜਾਗਤ ਸੂਤਾ। ਹਰੀ ਦਾ ਨਾਮ ਧਨ ਚਲਦਿਆਂ ਵੀ ਆਰਾਧਦੇ ਹਾਂ, ਬੈਠਿਆਂ ਵੀ ਆਰਾਧਦੇ ਹਾਂ, ਜਾਗਦਿਆਂ ਵੀ ਤੇ ਸੁੱਤੇ ਪਿਆਂ ਵੀ ਆਰਾਧਦੇ ਹਾਂ। ਇੱਥੇ ਹੀ ਸਾਡਾ ਧਿਆਨ ਕੇਂਦਰਿਤ ਹੈ। ਯਾਨੀ ਕਿ ਨਾਮ ਧਨ ਦੀ ਵਿਹਾਜਣਾ ਕਰਦਿਆਂ ਕਿਰਤ ਬਿਰਤ ਵੀ ਕਰੀ ਜੋ, ਫਿਰ ਉਹ ਕਿਰਤ ਵੀ ਬੰਦਗੀ ਬਣ ਜਾਂਦੀ ਹੈ ਤੇ ਪਰਾਲਬਧ ਜਿਹੜੀ ਆ ਉਹ ਮਿਲ ਹੀ ਜਾਣੀ ਹੈ। ਗੁਰੂ ਖਾਲਸਾ ਜੀ, ਪਰਾਲਬਧ ਜੋ ਹੈ, ਜਿਸ ਚੀਜ਼ ਦੇ ਅਸੀਂ ਅਧਿਕਾਰੀ ਹਾਂ, ਉਹ ਸਾਨੂੰ ਮਿਲ ਜਾਣੀ। ਪਰਾਲਬਧ ਸਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ, ਕਿਸੇ 'ਚ ਤਾਕਤ ਨਹੀਂ ਪਰਾਲਬਧ ਨੂੰ ਕੋਈ ਖੋਹ ਸਕੇ। ਤੋ ਪਾਤਸ਼ਾਹ ਕਹਿੰਦੇ, ਹਰੀ ਦੇ ਨਾਮ ਧਨ ਨੂੰ ਉੱਠਦਿਆਂ ਵੀ ਆਰਾਧਦੇ ਹਾਂ, ਬੈਠਦਿਆਂ ਵੀ ਧਿਆਉਂਦੇ ਹਾਂ, ਆਰਾਧਦੇ ਹਾਂ। ਹਰੀ ਦੇ ਨਾਮ ਧਨ ਨੂੰ ਜਾਗਦਿਆਂ ਵੀ ਆਰਾਧਦੇ ਹਾਂ ਤੇ ਸੁੱਤੇ ਪਿਆਂ ਵੀ ਧਿਆਉਂਦੇ ਹਾਂ। ਰਹਾਉ ਹਰ ਧਨ ਇਸ਼ਨਾਨ ਹਰ ਧਨ ਗਿਆਨ। ਹਰੀ ਦੇ ਨਾਮ ਧਨ ਦਾ ਹੀ ਸਾਡਾ ਇਸ਼ਨਾਨ ਹੈ। ਇਹਦਾ ਮਤਲਬ ਇਹ ਨਹੀਂ ਵੀ ਉੱਦਾਂ ਇਸ਼ਨਾਨ ਕਰਨਾ ਬੰਦ ਕਰ ਦਿੱਤਾ, ਪਰ ਅਸਲ ਇਸ਼ਨਾਨ ਇਹ ਹੈ, ਇਹਦੇ ਨਾਲ ਹਿਰਦੇ ਦਾ ਇਸ਼ਨਾਨ ਹੁੰਦਾ। ਬਾਹਰੀ ਇਸ਼ਨਾਨ ਦੀ ਜਿੰਨੀ ਜ਼ਰੂਰਤ ਆ ਉਨੀ ਅੰਦਰ ਵੀ ਜ਼ਰੂਰਤ ਹੈ। ਇਸ ਕਰਕੇ ਕਹਿੰਦੇ ਹਰੀ ਦੇ ਨਾਮ ਧਨ ਦਾ ਹੀ ਸਾਡੇ ਕੋਲ ਇਸ਼ਨਾਨ ਹੈ। ਹਰ ਧਨ ਗਿਆਨ ਹਰ ਸੰਗ ਲਾਏ ਧਿਆਨਾ। ਸਾਡੇ ਕੋਲ ਗਿਆਨ ਵੀ ਹਰੀ ਦੇ ਨਾਮ ਧਨ ਦਾ, ਇਹੀ ਸਾਡਾ ਗਿਆਨ ਹੈ। ਮੈਂ ਹੋਰ ਕਿਸੇ ਗਿਆਨ ਨੂੰ ਨਹੀਂ ਜਾਣਦਾ। ਕੋਈ ਲੱਖ ਗਿਆਨ ਪੈ ਕਰੋੜੇ, ਪਰਮੇਸ਼ਰ ਦੇ ਨਾਮ ਧਨ ਦੇ ਗਿਆਨ ਜੈਸਾ ਕੋਈ ਗਿਆਨ ਨਹੀਂ। ਕੋਈ ਆਖੇ ਇੱਦਾਂ ਨਹੀਂ, ਉਹ ਇੱਦਾਂ ਕਰੀਦਾ, ਆਹ ਗਲਤ ਕਰਦਾ, ਤੂੰ ਆਹ ਠੀਕ ਨਹੀਂ ਕਰਦਾ। ਕਹਿੰਦੇ ਮਹਾਰਾਜ ਮੇਰਾ ਗਿਆਨ ਇਹੀ ਹੈ ਵੀ ਇਹ ਨਾਮ ਧਨ ਹੈ ਤੇ ਮੈਂ ਇਸ ਨੂੰ ਆਰਾਧਣਾ, ਇਸ ਨੂੰ ਵਿਆਜਣਾ। ਮੈਂ ਨਹੀਂ ਹੋਰ ਕਿਸੇ ਗਿਆਨ ਨੂੰ ਜਾਣਦਾ, ਮੈਂ ਕਿਸੇ ਹੋਰ ਗਿਆਨੀ ਨੂੰ ਨਹੀਂ ਜਾਣਦਾ। ਕੋਈ ਕੀ ਆਖਦਾ, ਕੋਈ ਕੀ ਕਹਿੰਦਾ, ਕਈ ਜਾਣ,
ਮੇਰੇ ਲਈ ਸਭ ਤੋਂ ਵੱਡਾ ਖਜ਼ਾਨਾ ਤੇ ਸਭ ਤੋਂ ਵੱਡਾ ਗਿਆਨ ਹਰੀ ਪਰਮੇਸ਼ਰ ਦੇ ਨਾਮ ਧਨ ਦਾ ਗਿਆਨ ਹੈ। ਔਰ ਇਸੇ ਨਾਲ ਹੀ ਮੈਂ ਆਪਣਾ ਧਿਆਨ ਲਾਉਂਦਾ ਹਾਂ। ਕੋਈ ਆਖੇ ਜੀ ਧਿਆਨ ਇਹ ਚੀਜ਼ ਦਾ ਤਾਰੋ, ਆ ਇੱਦਾਂ ਧਿਆਨ ਕਰੋ, ਬੜੇ ਬੜੇ ਤਰੀਕੇ ਦੱਸੇ ਜਾਂਦੇ ਨੇ ਧਿਆਨ ਸਾਧਨਾ ਦੇ, ਬੜੇ ਬੜੇ ਪ੍ਰਕਾਰ ਦੱਸੇ ਜਾਂਦੇ ਨੇ। ਕੋਈ 6 ਚੱਕਰਾਂ ਦੀ ਬਾਤ ਕਰਦਾ, ਕੋਈ ਈੜਾ ਪਿੰਗਲਾ ਸੁਖਮਨਾ ਦੇ ਧਿਆਨ ਦੀ ਬਾਤ ਕਰਦਾ ਹੈ, ਕੋਈ ਕਹਿੰਦਾ ਆਗਿਆ ਚੱਕਰ ਵਿੱਚ ਧਿਆਨ ਧਾਰੋ। ਪਰ ਮੇਰਾ ਧਿਆਨ ਹਰੀ ਦੇ ਨਾਮ ਧਨ ਵਿੱਚ ਹੀ ਲੱਗਾ। ਮੇਰਾ ਧਿਆਨ ਵੀ ਇਹੀ ਹੈ, ਮੇਰਾ ਗਿਆਨ ਵੀ ਇਹੀ ਹੈ, ਮੇਰਾ ਧਿਆਨ ਵੀ ਇਹੀ ਹੈ। ਹਰ ਧਨ ਤੁਲਹਾ ਹਰ ਧਨ ਬੇੜੀ। ਹਰੀ ਦਾ ਨਾਮ ਧਨ ਹੀ ਮੇਰੇ ਲਈ ਤੁਲਹਾ ਹੈ, ਹਰੀ ਦਾ ਨਾਮ ਧਨ ਹੀ ਮੇਰੇ ਲਈ ਬੇੜੀ ਹੈ। ਪਰਮੇਸ਼ਰ ਦਾ ਨਾਮ ਧਨ ਹੀ ਮੇਰੇ ਲਈ ਤੁਲਹਾ ਹੈ, ਛੋਟਿਆਂ ਮੋਟਿਆਂ ਨਾਲਿਆਂ ਤੋਂ ਤਰਨ ਲਈ। ਹਰੀ ਦਾ ਨਾਮ ਧਨ ਹੀ ਮੇਰੇ ਲਈ ਬੇੜੀ, ਸੰਸਾਰ ਸਮੁੰਦਰ ਤੋਂ ਦਰਿਆ ਤੋਂ ਪਾਰ ਉਤਰਨ ਲਈ। ਹਰ ਹਰ ਤਾਰ ਪਰਾਨਾ। ਇਹੀ ਹਰੀ ਹੈ ਜੋ ਮੈਨੂੰ ਤਾਰ ਕੇ ਪਾਰ ਉਤਾਰਨ ਵਾਲਾ ਹੈ। ਇਹ ਹਰੀ ਦਾ ਨਾਮ ਧਨ ਹੀ ਹੈ ਜਿਸ ਨੇ ਮੈਨੂੰ ਤਾਰ ਕੇ ਪਾਰ ਉਤਾਰਨਾ ਹੈ। ਇਹ ਨਾਮ ਦੀ ਬਰਕਤ ਹੈ। ਇਹ ਤਾਂ ਪੱਥਰਾਂ ਨੂੰ ਵੀ ਤਾਰ ਦਿੰਦਾ ਨਾਮ। ਇਹ ਤਾਂ ਪੱਥਰਾਂ ਨੂੰ ਵੀ ਤਾਰਨ ਦੀ ਸਮਰੱਥਾ ਰੱਖਦਾ ਹੈ। ਤੋ ਐਸਾ ਹਰੀ ਨਾਮ ਮੈਨੂੰ ਇਸ ਸੰਸਾਰ ਤੋਂ, ਇਸ ਭਵ ਸਾਗਰ ਤੋਂ ਪਾਰ ਉਤਾਰਨੇ ਵਾਲਾ ਹੈ। ਹਰ ਧਨ ਮੇਰੀ ਚਿੰਤ ਵਿਸਾਰੀ, ਹਰ ਧਨ ਲਾਇਆ ਧੋਖਾ। ਹਰੀ ਦੇ ਨਾਮ ਧਨ ਨੇ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੱਤੀਆਂ, ਸਾਰੇ ਫਿਕਰ ਦੂਰ ਕਰ ਦਿੱਤੇ ਆ। ਸੁਰਤ ਜੁੜੇ ਤਾਂ ਸਹੀ ਇਸ ਨਾਮ ਧਨ 'ਚ, ਵਾਕਈ ਚਿੰਤਾ ਦੂਰ ਹੁੰਦੀ ਹੈ। ਇਹ ਅਸਲੀਅਤ ਹੈ, ਵਾਸਤਵਿਕਤਾ ਹੈ ਜੋ ਗੁਰੂ ਸਾਹਿਬ ਬਿਆਨ ਕਰ ਰਹੇ ਨੇ। ਇਹੀ ਸੱਚ ਹੈ। ਕੋਈ ਜਪ ਕੇ ਵੇਖੇ, ਧਿਆ ਕੇ ਵੇਖੇ, ਆਰਾਧ ਕੇ ਵੇਖੇ, ਜਿਵੇਂ ਜਿਵੇਂ ਇਹਦੇ ਵਿੱਚ ਖੁੱਭਦੇ ਜਾਈਏ ਚਿੰਤਾ ਦੂਰ ਹੁੰਦੀ ਚਲੀ ਜਾਂਦੀ ਹੈ। ਫਿਰ ਚਿੰਤਾ ਉਸ ਨੂੰ ਹੁੰਦੀ ਹੈ ਜਿਸ ਦਾ ਚਿੰਤਨ ਕਰ ਰਹੇ ਹਾਂ, ਜਿਸ ਦੀ ਆਰਾਧਨਾ ਕਰ ਰਹੇ ਹਾਂ। ਹਰੀ ਦੇ ਨਾਮ ਧਨ ਨੇ ਮੇਰੀ ਚਿੰਤਾ ਦੂਰ ਕਰ ਦਿੱਤੀ। ਹਰ ਧਨ ਲਾਹਿਆ ਧੋਖਾ। ਹਰੀ ਦੇ ਨਾਮ ਧਨ ਨੇ ਮੇਰੇ ਸਾਰੇ ਧੋਖੇ ਲਾ ਦਿੱਤੇ ਹਨ, ਮੇਰੇ ਸਾਰੇ ਧੋਖੇ ਦੂਰ ਕਰ ਦਿੱਤੇ ਹਨ। ਹਰ ਧਨ ਤੇ ਮੈਂ ਨਵ ਨਿਧ ਪਾਈ, ਹਾਥ ਚਾਰਿਓ ਹਰ ਥੋਕਾ। ਹਰੀ ਦੇ ਨਾਮ ਧਨ ਨਾਲ ਮੈਨੂੰ 9 ਨਿਧੀਆਂ ਦਾ ਖਜ਼ਾਨਾ ਪ੍ਰਾਪਤ ਹੋ ਗਿਆ। ਪ੍ਰਭ ਕੈ ਸਿਮਰਨ ਰਿੱਧ ਸਿੱਧ 9 ਨਿਧ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਸਭ ਕੁਝ ਇਸੇ ਚੋਂ ਮਿਲਿਆ। ਕੋਈ ਆਖੇ ਵਾਹਿਗੁਰੂ 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 ਕਹਿਣ ਨਾਲ ਕੀ ਮਿਲਦਾ ਹੈ, ਤੇ ਜਪਣ ਵਾਲਾ ਪਤਾ ਕੀ ਕਹਿੰਦਾ ਹੈ? ਉਹ ਕਹਿੰਦਾ ਐਸਾ ਕੀ ਹੈ ਜਿਹੜਾ ਨਹੀਂ ਮਿਲਦਾ। ਵਾਹਿਗੁਰੂ ਵਾਹਿਗੁਰੂ। ਤੂੰ ਕਹਿਣਾ ਵਾਹਿਗੁਰੂ 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 ਕਹਿਣਾ ਤੋਤਾ ਰਟਨ ਹੈ, ਇਹਦੇ ਨਾਲ ਕੀ ਮਿਲਦਾ? ਜਪਣ ਵਾਲਾ ਜਿਹੜਾ ਇਸ ਦਾ ਰਸ ਲੈਣ ਵਾਲਾ, ਉਹ ਕਹਿੰਦਾ ਐਸਾ ਕੀ ਹੈ ਜਿਹੜਾ ਨਹੀਂ ਮਿਲਦਾ। ਸਭ ਤੋਂ ਵੱਡੀ ਦਾਤ ਸੰਤੋਖ ਮਿਲ ਜਾਂਦਾ, ਸਬਰ ਆ ਜਾਂਦਾ। ਇਹਦੇ ਤੋਂ ਵੱਡੀ ਦਾਤ ਹੈ ਕੋਈ ਸੰਸਾਰ 'ਚ? ਇਹ ਤਾਂ ਵੱਡੇ ਵੱਡੇ ਰਾਜਿਆਂ ਨੂੰ ਨਹੀਂ ਮਿਲਦੀ, ਬਾਦਸ਼ਾਹਾਂ ਨੂੰ ਨਹੀਂ ਮਿਲਦੀ। ਸੰਤੁਸ਼ਟੀ, ਸੰਤੋਖ। ਮੈਂ ਅਕਸਰ ਕਈ ਵਾਰੀ ਵਿਚਾਰ ਕਰਦਾ ਹਾਂ, ਚਿੰਤਨ ਕਰਦਾ, ਅਸੀਂ ਜੋ ਜੋ ਵੀ ਕੰਮ ਕਰ ਰਹੇ ਹਾਂ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ ਹੈ। ਦੂਸਰੇ ਨੂੰ ਕੰਮ ਕਰਦਿਆਂ ਵੇਖ ਕੇ ਇੱਦਾਂ ਦਾ ਹੋਣਾ ਚਾਹੀਦਾ, ਇਹਦਾ ਕੰਮ ਵਧੀਆ। ਲੁਹਾਰ ਤਰਖਾਣ ਦੇ ਕੰਮ ਨੂੰ ਵੇਖ ਕੇ ਕਹਿੰਦਾ ਵਧੀਆ, ਤੇ ਤਰਖਾਣ ਲੁਹਾਰ ਦੇ ਕੰਮ ਨੂੰ ਵੇਖ ਕੇ, ਤੇ ਜ਼ਿਮੀਂਦਾਰ ਉਸ ਲੁਹਾਰ ਦੇ ਕੰਮ ਨੂੰ ਵੇਖ ਕੇ, ਤੇ ਲੁਹਾਰ ਜ਼ਿਮੀਂਦਾਰ ਦੇ ਕੰਮ ਨੂੰ ਵੇਖ ਕੇ ਕਿਤੇ ਸੰਤੁਸ਼ਟੀ ਹੈ। ਵਿਰਲੇ ਹੋਣਗੇ ਜਿਹੜੇ ਕਹਿਣ ਅਸੀਂ ਆਪਣੇ ਕੰਮ 'ਚ ਸੰਤੁਸ਼ਟ ਹਾਂ। ਨਹੀਂ ਤਾਂ ਜੇ ਕਿਸੇ ਕੰਮ ਦੇ ਵਿੱਚ ਕੋਈ ਕਾਮਯਾਬ ਹੋਵੇ, ਕੋਈ ਦੂਜਾ ਪੁੱਛੇ ਵੀ ਯਾਰ ਮੈਂ ਵੀ ਇਹ ਕੰਮ ਕਰ ਲਵਾਂ, ਛੱਡੋ ਮੈਂ ਧੱਕੇ ਖਾਨਾ, ਤੂੰ ਇੱਥੇ ਕੀ ਕਰਨਾ, ਤੂੰ ਕਿਉਂ ਕਰਦਾ? ਇਹ ਬੋਲ ਹੁੰਦੇ ਆ ਉਹਦੇ। ਵੀ ਤੇਰਾ ਕੰਮ ਤੂੰ ਕਰਦਾ ਉਹ ਠੀਕ ਹੈ, ਆਹ ਮੇਰੇ ਕੰਮ 'ਚ ਕੀ ਹੈ ਜੀ, ਕੀ ਲੱਭਣਾ ਤੈਨੂੰ ਇੱਥੇ, ਛੱਡ ਪਰੇ।
ਸੰਤੁਸ਼ਟੀ ਨਹੀਂ, ਸੰਤੋਖ ਨਹੀਂ। ਤੇ ਨਾਮ ਧਨ ਦੀ ਬਰਕਤ ਸੰਤੋਸ਼ ਤੇ ਸੰਤੁਸ਼ਟੀ ਪ੍ਰਦਾਨ ਕਰਦੀ। ਤੋ ਹਰੀ ਦਾ ਨਾਮ ਧਨ ਮੇਰੇ ਲਈ 9 ਨਿਧੀਆਂ ਦਾ ਖਜ਼ਾਨਾ ਹੈ। ਮੇਰੇ ਹੱਥ ਦੇ ਵਿੱਚ ਥੋਕ ਦੀ ਵਸਤੂ ਮਿਲ ਗਈ ਹੈ ਮੈਨੂੰ। ਹਾਥ ਚਰਿਓ ਹਰ ਥੋਕਾ, ਥੋਕ ਦੀ ਵਸਤੂ। ਐ ਨਹੀਂ ਵੀ ਮਾੜੀ ਮੋਟੀ ਪਰਚੂਨ ਜੀ ਦੀ ਇਕੱਠੀ ਕਰਨੀ ਹੈ ਕਿੱਥੋਂ ਕਿੱਥੋਂ ਵੀ ਆਹ ਚੀਜ਼ ਮੇਰੇ ਹੱਥ 'ਚ ਜਿੱਥੋਂ ਆਉਂਦਾ, ਪਿੱਛੋਂ ਜਿੱਥੋਂ ਬਣਦਾ ਤਿਆਰ ਹੁੰਦਾ ਮਟੀਰੀਅਲ ਸਿੱਧਾ ਉੱਥੋਂ ਹੋਣ ਲੱਗ ਪਿਆ, ਸਿੱਧਾ ਥੋਕ ਉੱਥੋਂ ਮਿਲਣ ਲੱਗ ਪਿਆ। ਮੈਂ ਨਹੀਂ ਵਿੱਚ ਕੋਈ ਵਿਚੋਲਾ ਪਾਇਆ। ਉਹ ਵੀ ਸਾਰੇ ਆਪੋ ਆਪਣੀ ਕਮਿਸ਼ਨ ਰੱਖਦੇ ਰੱਖਦੇ ਗਾਹਕਾਂ ਤੱਕ ਕਿੰਨੇ ਦੂਰ ਤੱਕ ਪਹੁੰਚ ਜਾਂਦੀ ਹੈ ਗੱਲ। ਜਿੱਥੋਂ ਬਣਿਆ ਸਿੱਧਾ ਉੱਥੋਂ ਹੀ ਲੈ ਲਿਆ। ਤੇ ਬਣਾਉਣ ਵਾਲਾ ਕਰਤਾ ਪੁਰਖ ਪਰਮੇਸ਼ਰ ਹੈ, ਉਹ ਮੇਰੇ ਹੱਥ ਚੜ ਗਿਆ। ਹੁਣ ਮੈਨੂੰ ਕੀ ਕਮੀ ਹੈ ਭਲਾ? ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀ। ਹਾਂਜੀ। ਖਾਵੋ ਹੋ ਖਰਚੋ ਹੋ ਟੋਟ ਨ ਆਵੇ, ਹਾਲਤ ਪਲਤ ਕੈ ਸੰਗੇ। ਖਾਵੋ, ਇਹ ਨਾਮ ਧਨ ਨੂੰ ਖਾਵੋ ਦਾ ਭਾਵ ਜਪੋ, ਖਰਚੋ ਜਪਾਵੋ। ਪਰ ਪਹਿਲਾਂ ਆਪ ਖਾਵੋ ਜਪੋ, ਫਿਰ ਅੱਗੇ ਜਪਾਨ ਟੁਰਿਓ। ਜੇ ਆਪ ਨਹੀਂ ਜਪਦੇ ਤੇ ਅੱਗੇ ਜਪਾਨ ਟੁਰਿਓ ਤੇ ਫਿਰ ਜਪਾਣਾ ਵਪਾਰ ਬਣ ਜਾਂਦਾ, ਦੁਕਾਨਦਾਰੀ ਬਣ ਜਾਂਦੀ ਹੈ। ਵੀ ਜੀ ਮੈਂ ਨਾਮ ਜਪਾਉਂਦਾ ਹੁੰਨਾ, ਵੇਖੋ ਜੀ ਮੈਂ ਕਿੱਡਾ ਵੱਡਾ ਕੇਂਦਰ ਬਣਾ ਲਿਆ ਨਾਮ ਜਪਾਉਣ ਦਾ, ਹਾਲ ਬਣਾਇਆ ਵੇਖੋ ਕਿੱਡਾ ਸੋਹਣਾ। ਇਹਦੇ ਜਦੋਂ ਮੈਂ ਨਾਮ ਜਪਾਉਣਾ ਤੇ ਉੱਤੋਂ ਆਵਾਜ਼ ਜਾ ਕੇ ਥੱਲੇ ਪੈਂਦੀ ਹੈ। ਬਣਾਏ ਨੇ ਕਈਆਂ ਨੇ ਇਹੋ ਜਿਹੇ ਥਾਂ, ਕਹਿੰਦੇ ਜੀ ਜਦੋਂ ਜਪਦੇ ਆ ਵੇਖੋ ਜੀ ਗੁੰਬਦਨੁਮਾ ਜਗ੍ਹਾ ਬਣਾਈ ਅਸੀਂ, ਸਾਊਂਡ ਪ੍ਰੂਫ ਜਗ੍ਹਾ ਬਣਾਈ ਹੈ। ਇੱਥੇ ਜਦੋਂ ਅੰਦਰ ਬਹਿ ਕੇ ਵਾਹਿਗੁਰੂ ਕਹਿੰਦੇ ਉੱਤੋਂ ਦੀ ਆਉਂਦੀ ਆਵਾਜ਼ ਥੱਲੇ ਸਾਰੇ ਦੇ ਸਰੀਰ ਤੇ ਪੈਂਦੀ ਹੈ। ਇਹ ਬੜੀ ਵਧੀਆ ਸਾਇੰਟੀਫਿਕ ਢੰਗ ਦੇ ਨਾਲ ਅਸੀਂ ਤਿਆਰ ਕੀਤੀ ਸ਼ੈ, ਹੁੰਦਾ ਵਪਾਰ ਹੈ। ਜਦੋਂ ਆਪ ਜਪਦੇ ਨਹੀਂ ਅੱਗੇ ਜਪਾਉਣ ਹੀ ਟੁਰੇ ਹੋਏ ਆ, ਫਿਰ ਉਹਨੇ ਧੰਦਾ ਹੀ ਬਣਨਾ, ਵਪਾਰ ਬਣਨਾ। ਜਿਹੜਾ ਆਪ ਜਪਦਾ ਖੁੱਭ ਕੇ ਰਸ ਲੈ ਕੇ, ਉਹ ਤਾਂ ਰੜੇ ਤੇ ਬਹਿ ਕੇ ਵੀ ਜਪਾਉਂਦਾ ਭਾਈ। ਇੱਥੇ ਉਹਨੂੰ ਫਿਰ ਤਾਮ ਝਾਮ ਨਹੀਂ ਕਰਨਾ ਪੈਂਦਾ ਬਹੁਤ ਵੱਡਾ। ਖਰਚੋ ਜਪਾਵੋ, ਤੇ ਜਿਵੇਂ ਜਿਵੇਂ ਖਾਓਗੇ ਖਰਚੋਗੇ ਤੋਟ ਨਾ ਆਵੇ। ਇਹਦੇ 'ਚ ਤੋਟਾ ਨਹੀਂ ਆਉਣਾ, ਇਹਦੇ 'ਚ ਥੋੜੀ ਕਮੀ ਥੋੜੀ ਆ ਜਾਣੀ ਹੈ, ਇਹਨੇ ਘੱਟ ਥੋੜੀ ਜਿਹਾ ਜਾਣਾ। ਹਲਤ ਪਲਤ ਕੈ ਸੰਗੇ, ਇਹ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਨਾਲ ਨਿਭਣ ਵਾਲਾ ਹੈ। ਸ਼ੁਭ ਗੁਣਾਂ ਨੂੰ ਇਕੱਤਰ ਕਰਾਂਗੇ, ਉਹ ਗੁਣ ਨਾਲ ਨਿਭਦੇ ਹਨ। ਪਰਮੇਸ਼ਰ ਦਾ ਕੀਤਾ ਹੋਇਆ ਭਜਨ ਨਾਲ ਨਿਭਦਾ ਹੈ। ਲੋਕ ਪਰਲੋਕ ਦੋਹਾਂ ਜਹਾਨਾਂ ਦੇ ਵਿੱਚ ਨਾਲ ਰਹਿੰਦਾ ਹੈ। ਲਾਦ ਖਜ਼ਾਨਾ ਗੁਰ ਨਾਨਕ ਕੋ ਦੀਆ, ਇਹੋ ਮਨ ਹਰ ਰੰਗ ਰੰਗੇ। ਮਾਤਾ ਜੀ ਨੇ ਪੁੱਛਿਆ ਕੀ ਲਿਆਇਆ ਖੱਟ ਕੇ, ਤੇ ਪਾਤਸ਼ਾਹ ਕਹਿੰਦੇ ਜਿਹੜਾ ਖਜ਼ਾਨਾ ਸੀ ਨਾ ਗੁਰੂ ਨਾਨਕ ਸਾਹਿਬ ਦਾ, ਉਹ ਗੁਰੂ ਰਾਮਦਾਸ ਸਾਹਿਬ ਨੇ ਲੱਦ ਕੇ ਮੇਰੇ ਸਿਰ ਤੇ ਰੱਖ ਦਿੱਤਾ, ਮੈਨੂੰ ਦੇ ਦਿੱਤਾ। ਲਾਦ ਖਜ਼ਾਨਾ ਗੁਰ ਨਾਨਕ ਕੋ ਦੀਆ। ਉਹ ਖਜ਼ਾਨਾ ਜੋ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਕੋਲ ਲਿਆਏ ਸਨ, ਉਹ ਮੈਨੂੰ ਗੁਰੂ ਰਾਮਦਾਸ ਸਾਹਿਬ ਨੇ ਬਖਸ਼ ਦਿੱਤਾ ਹੈ। ਹੁਣ ਇਸ ਨਾਮ ਧਨ ਦੇ ਰੰਗ ਵਿੱਚ ਮੇਰਾ ਮਨ ਰੰਗਿਆ ਗਿਆ ਹੈ।